हाँ जी स्टूडेंट्स वेलकम करते हैं ਤੁਹਾਡਾ ਤੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਸ਼੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਠੀਕ ਹੈ GNDU ਇਹਨਾਂ ਸਟੂਡੈਂਟਸ ਦੇ ਲਈ BA ਸਮੈਸਟਰ ਫਸਟ ਦੇ ਜਿਹੜੇ ਕਿ ਪੋਲੀਟੀਕਲ ਸਾਇੰਸ ਦੇ ਐਗਜ਼ਾਮ ਦੇ ਲਈ ਮੋਸਟ ਇੰਪੋਰਟੈਂਟ ਕੁਐਸਚਨਸ ਲੈ ਕੇ ਆਏ ਆ ਤਾਂ ਕਿ ਤੁਸੀਂ ਇਹਨਾਂ ਕੁਐਸਚਨਸ ਨੂੰ ਲਰਨ ਕਰਕੇ ਐਗਜ਼ਾਮ ਦੇ ਜਿਹੜੇ ਕਿ ਬਹੁਤ ਵਧੀਆ ਐਗਜ਼ਾਮ ਦੇ ਵਿੱਚੋਂ ਮਾਰਕਸ ਆ ਜਿਹੜੇ ਕਿ ਲੈ ਸਕੋ। ਆਪਾਂ ਜਿਹੜੇ ਸਟੂਡੈਂਟਸ ਕੁਐਸਚਨ ਕਰਾਂਗੇ ਆਪਾਂ ਬੋਥ ਲੈਂਗੁਏਜ ਦੇ ਵਿੱਚ ਕਰਾਂਗੇ, ਪੰਜਾਬੀ 'ਚ ਵੀ ਦੱਸਾਂਗੇ ਤੁਹਾਨੂੰ ਤੇ ਇੰਗਲਿਸ਼ ਦੇ ਵਿੱਚ ਵੀ ਦੱਸਾਂਗੇ ਕਿਉਂਕਿ ਕਈ ਬੱਚਿਆਂ ਦਾ ਜਿਹੜੇ ਕਿ ਇੰਗਲਿਸ਼ ਮੀਡੀਅਮ ਹੁੰਦਾ। ਠੀਕ ਹੈ, ਸੋ ਦੋਨਾਂ ਇੰਗਲਿਸ਼ ਅਤੇ ਪੰਜਾਬੀ ਦੋਨਾਂ ਮੀਡੀਅਮ ਵਾਲੇ ਸਟੂਡੈਂਟਸ ਦੇ ਲਈ ਹੈ। ਤੇ ਵੀਡੀਓ ਨੂੰ ਸਟੂਡੈਂਟਸ ਐਂਡ ਤੱਕ ਦੇਖਣਾ। ਇਸ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ ਕੁਐਸਚਨ ਦੇਖਾਂਗੇ ਜਿਹੜੇ ਕਿ ਪਹਿਲਾਂ ਪ੍ਰੀਵੀਅਸ ਐਗਜ਼ਾਮਸ ਦੇ ਵਿੱਚ ਆ ਚੁੱਕੇ ਨੇ। ਹਾਂਜੀ, ਤੁਹਾਡਾ ਜਿਹੜੇ ਕਿ ਐਗਜ਼ਾਮ ਆ ਸਟੂਡੈਂਟਸ ਇਹ 100 ਮਾਰਕਸ ਦਾ ਹੋਣਾ। ਠੀਕ ਹੈ, ਜਿਸ ਦੇ ਵਿੱਚੋਂ ਤੁਹਾਡੇ ਐਗਜ਼ਾਮ ਦੇ ਪੈਟਰਨ ਦੇ ਵਿੱਚ 4 ਪਾਰਟ ਹੋਣਗੇ, ਪਾਰਟ A B C D। ਠੀਕ ਹੈ, 4 ਪਾਰਟ ਹੋਣਗੇ ਤੇ 5 ਤੁਸੀਂ ਕੁਐਸਚਨ ਕਰਨੇ ਹੋਣਗੇ। ਇੱਕ ਤਾਂ ਤੁਸੀਂ ਕੁਐਸਚਨ ਜਿਹੜੇ ਤੁਹਾਡੇ ਪਾਰਟ ਹੋਣਗੇ A B C D ਇਹਨਾਂ 'ਚ ਇੱਕ ਕਰਨਾ। ਠੀਕ ਹੈ, ਇੱਕ ਕਰਨਾ ਤੇ ਜਿਹੜਾ ਪੰਜਵਾਂ ਕੁਐਸਚਨ ਹੋਊਗਾ ਚਾਹੇ ਤੁਸੀਂ A ਪਾਰਟ ਦੇ ਵਿੱਚੋਂ ਕਰੋ, ਚਾਹੇ B 'ਚੋਂ, ਚਾਹੇ C 'ਚੋਂ, ਚਾਹੇ D 'ਚੋਂ, ਇਹ ਤੁਹਾਡੀ ਮਰਜ਼ੀ ਆ। ਠੀਕ ਹੈ, ਟੋਟਲ 100 ਮਾਰਕਸ ਦਾ ਤੁਹਾਡਾ ਐਗਜ਼ਾਮ ਹੋਊਗਾ, ਮਤਲਬ ਕਿ ਹਰ ਕੁਐਸਚਨ 20 ਮਾਰਕਸ ਦਾ ਹੋਊਗਾ। ਹਾਂਜੀ, ਸੈਕਸ਼ਨ A ਦੇ ਵਿੱਚ ਆਪਾਂ ਜਿਹੜੇ ਕੁਐਸਚਨ ਦੱਸਾਂਗੇ ਤੁਹਾਨੂੰ ਸੈਕਸ਼ਨ ਵਾਈਜ਼ ਦੱਸਾਂਗੇ। ਸੈਕਸ਼ਨ A ਦੇ ਵਿੱਚੋਂ ਇੰਪੋਰਟੈਂਟ, B ਦੇ ਵਿੱਚੋਂ, C ਦੇ ਵਿੱਚੋਂ ਤੇ D ਦੇ ਵਿੱਚੋਂ। ਸੈਕਸ਼ਨ A ਦੇ ਵਿੱਚੋਂ ਹਾਂਜੀ ਇੰਪੋਰਟੈਂਟ ਕੁਐਸਚਨ ਦੇਖਦੇ ਆ। ਤੇ ਸਟੂਡੈਂਟਸ ਪੋਲੀਟੀਕਲ ਸਾਇੰਸ ਦੇ ਵਿੱਚ ਕੁਐਸਚਨ ਕਈ ਵਾਰ ਜਿਹੜੇ ਕਿ ਥੋੜਾ ਘੁਮਾ ਕੇ ਜੇ ਪਾਏ ਹੋਏ ਹੁੰਦੇ ਨੇ, ਸੋ ਧਿਆਨ ਦੇ ਨਾਲ ਉਹਨਾਂ ਨੂੰ ਸਮਝਣਾ। ਤੇ ਇੰਗਲਿਸ਼ ਮੀਡੀਅਮ 'ਚ ਜ਼ਰੂਰ ਕੁਐਸਚਨ ਦੇਖ ਲੈਣਾ ਕਿਉਂਕਿ ਇੰਗਲਿਸ਼ ਮੀਡੀਅਮ ਦੇ ਵਿੱਚ ਉਵੇਂ ਹੀ ਕੁਐਸਚਨ ਹੁੰਦਾ, ਪੰਜਾਬੀ ਦੇ ਵਿੱਚ ਥੋੜੀ ਉਹਨੂੰ ਹੋਰ ਸ਼ਬਦਾਂ ਦੇ ਨਾਲ ਜਿਹੜੇ ਕਿ ਕਿਹਾ ਵਾ ਹੁੰਦਾ। ਹਾਂਜੀ, ਫਸਟ ਕੁਐਸਚਨ ਹੈ ਆਧੁਨਿਕ ਦ੍ਰਿਸ਼ਟੀਕੋਣ ਅਨੁਸਾਰ ਰਾਜਨੀਤਿਕ ਵਿਗਿਆਨ ਦੇ ਅਰਥ ਤੇ ਦਾਇਰੇ ਦੀ ਚਰਚਾ ਕਰੋ। ਦਾਇਰਾ ਕੀ ਆ? ਖੇਤਰ। ਦੇਖੋ ਇਹਨਾਂ ਨੇ ਖੇਤਰ ਨੂੰ ਕੀ ਲਿਖਤਾ? ਦਾਇਰਾ ਲਿਖਤਾ ਹੈ ਨਾ। ਤੁਸੀਂ ਬੁੱਕਸ ਦੇ ਵਿੱਚ ਆਪਾਂ ਪੜ੍ਹਦੇ ਹਾਂ ਕਿ ਉਹਦਾ ਖੇਤਰ ਲਿਖੋ, ਬਟ ਖੇਤਰ ਨੂੰ ਇਹਨਾਂ ਨੇ ਦਾਇਰਾ ਲਿਖਤਾ ਤਾਂ ਕਨਫਿਊਜ਼ ਨਹੀਂ ਹੋਣਾ ਹੁੰਦਾ। ਜਦੋਂ ਐਵੇਂ ਕੁਐਸਚਨ ਘੁਮਾਇਆ ਵਾ ਹੁੰਦਾ ਤਾਂ ਇੰਗਲਿਸ਼ ਦੇ ਵਿੱਚ ਜ਼ਰੂਰ ਦੇਖ ਲਿਆ ਕਰੋ ਵੀ ਕੀ ਲਿਖਿਆ ਹੋਇਆ ਇਹਦੀ ਥਾਂ ਤੇ। ਦੇਖੋ, ਡਿਸਕਸ ਦਾ ਮੀਨਿੰਗ ਐਂਡ ਸਕੋਪ ਆਫ ਪੋਲੀਟੀਕਲ ਸਾਇੰਸ ਅਕੋਰਡਿੰਗ ਟੂ ਦਾ ਮਾਡਰਨ ਵਿਊ ਪੁਆਇੰਟ। ਮਾਡਰਨ ਵਿਊ ਪੁਆਇੰਟ ਦੇ ਅਕੋਰਡਿੰਗ ਆ ਜਿਹੜਾ ਤੁਹਾਡਾ ਫਸਟ ਚੈਪਟਰ ਆ ਇਹ ਹੈ ਨਾ। ਮਾਡਰਨ ਵਿਊ ਦੇ ਪੁਆਇੰਟ ਦੇ ਅਕੋਰਡਿੰਗ ਤੁਸੀਂ ਰਾਜਨੀਤਿਕ ਵਿਗਿਆਨ ਦਾ ਅਰਥ ਦੱਸਣਾ। ਠੀਕ ਹੈ, ਉਹਦੀ ਪਰਿਭਾਸ਼ਾ ਵੀ ਲਿਖ ਸਕਦੇ ਹੋ। ਫਿਰ ਉਹਦਾ ਖੇਤਰ ਦੱਸਣਾ, ਸਕੋਪ। ਠੀਕ ਹੈ, ਸਕੋਪ ਦੱਸਣਾ, ਖੇਤਰ ਨੂੰ ਕੀ ਲਿਖਤਾ ਇੱਥੇ? ਦਾਇਰਾ। ਇਹੀ ਕੁਐਸਚਨ ਵਾਰ-ਵਾਰ ਘੁਮਾਇਆ ਹੋਇਆ। ਠੀਕ ਹੈ, ਤੇ ਇੱਕ ਜਿਹੜੇ ਕਿ ਤੁਹਾਡੇ ਕੁਐਸਚਨਸ ਬਣਦੇ ਨੇ ਇਹ ਫਸਟ ਪਾਰਟ ਦੇ ਵਿੱਚ ਤੁਸੀਂ ਮੇਰੇ ਅਕੋਰਡਿੰਗ ਜਿਹੜੇ ਕਿ ਫਸਟ ਪਾਰਟ ਨੂੰ ਕੰਪਲੀਟ ਹੀ ਯਾਦ ਕਰ ਲਓ। ਉਹਦਾ A ਪਾਰਟ ਵਾਲੇ ਵੀ ਤੇ ਮਤਲਬ ਕਿ ਇਹਦੇ ਸੈਕਸ਼ਨ A ਦੇ ਵਿੱਚ 2 ਚੈਪਟਰ ਨੇ ਹੈ ਨਾ। ਰਾਜਨੀਤਿਕ ਵਿਗਿਆਨ ਦਾ ਅਰਥ ਤੇ ਦਾਇਰੇ ਵਾਲਾ ਖੇਤਰ, ਮਤਲਬ ਕਿ ਖੇਤਰ ਬਾਰੇ ਦੱਸਣਾ। ਤੇ ਇੱਕ ਹੈਗੇ ਨੇ ਇਹਦੇ ਰਾਜਨੀਤਿਕ ਵਿਗਿਆਨ ਦੇ ਦੂਜੇ ਉਹਨਾਂ ਨਾਲ ਸੰਬੰਧ, ਜਿਵੇਂ ਕਿ ਅਰਥ ਸ਼ਾਸਤਰ ਨਾਲ ਸੰਬੰਧ, ਸਮਾਜ ਸ਼ਾਸਤਰ ਨਾਲ ਸੰਬੰਧ ਤੇ ਜਿਹੜੇ ਕਿ ਮਨੋਵਿਗਿਆਨ ਨਾਲ ਸੰਬੰਧ ਤੇ ਇਤਿਹਾਸ ਨਾਲ ਸੰਬੰਧ। ਕਿਉਂਕਿ ਤੁਸੀਂ ਕਰਨਾ ਹੀ ਹੈ ਵੀ ਇੱਕ ਤਾਂ ਕੁਐਸਚਨ ਤੁਸੀਂ ਹਰ ਪਾਰਟ 'ਚੋਂ ਕਰਨਾ ਤੇ ਇੱਕ ਤੁਸੀਂ ਜਿਹੜੇ ਮਰਜ਼ੀ ਪਾਰਟ 'ਚੋਂ ਕਰਨਾ। ਸੋ A ਪਾਰਟ ਤੁਸੀਂ ਕੰਪਲੀਟ ਕਰ ਲਓ ਕਿਉਂਕਿ ਵੈਸੇ ਵੀ ਇਹਦੇ ਵਿੱਚ 2 ਚੈਪਟਰ ਨੇ ਹੈ ਨਾ। ਠੀਕ, ਇਹ ਹੋ ਗਿਆ, ਇਹ ਕੁਐਸਚਨ ਘੁਮਾਇਆ ਹੋਇਆ। ਅਤੇ ਅੱਗੇ ਆਪਾਂ ਦੇਖਦੇ ਹਾਂ ਰਾਜਨੀਤੀ ਸ਼ਾਸਤਰ ਦੇ ਰਵਾਇਤੀ ਕੀ ਆ? ਪਰੰਪਰਿਕ। ਠੀਕ ਹੈ, ਪਰੰਪਰਿਕ। ਠੀਕ ਹੈ, ਟ੍ਰੈਡੀਸ਼ਨਲ। ਤੁਸੀਂ ਟ੍ਰੈਡੀਸ਼ਨਲ ਦੇਖਣਾ, ਮੈਨੂੰ ਥੋੜਾ ਬੋਲਣ 'ਚ ਉਹ ਹੋ ਰਿਹਾ। ਰਵਾਇਤੀ ਨੂੰ ਮਤਲਬ ਕਿ ਦੇਖੋ ਪਰੰਪਰਿਕ ਨੂੰ ਰਵਾਇਤੀ ਲਿਖਤਾ। ਠੀਕ ਹੈ, ਹੁਣ ਇੱਥੇ ਕਨਫਿਊਜ਼ ਨਹੀਂ ਹੋਣਾ ਹੁੰਦਾ ਐਵੇਂ ਵੀ ਰਵਾਇਤੀ ਦਾ ਕੀ ਹੈ, ਤਾਂ ਤੁਸੀਂ ਇੰਗਲਿਸ਼ ਦੇਖੋ ਮੀਨਿੰਗ ਕੀ ਹੈ? ਟ੍ਰੈਡੀਸ਼ਨਲ। ਆਧੁਨਿਕ ਕੀ ਆ? ਮਾਡਰਨ। ਠੀਕ ਹੈ, ਇਹਦੇ ਵਿੱਚ ਦੋਨਾਂ ਦਾ ਡਿਫਰੈਂਸ ਦੱਸਣਾ। ਰਾਜਨੀਤੀ ਸ਼ਾਸਤਰ ਦੇ ਰਵਾਇਤੀ, ਪਰੰਪਰਿਕ ਅਤੇ ਆਧੁਨਿਕ ਦ੍ਰਿਸ਼ਟੀਕੋਣ ਵਿਚਕਾਰ ਜਿਹੜੇ ਕਿ ਅੰਤਰ ਦੀ ਵਿਆਖਿਆ ਕਰਨਾ। ਐਕਸਪਲੇਨ ਦਾ ਡਿਫਰੈਂਸ ਬਿਟਵੀਨ ਟ੍ਰੈਡੀਸ਼ਨਲ ਐਂਡ ਮਾਡਰਨ ਵਿਊ ਆਫ ਪੋਲੀਟੀਕਲ ਸਾਇੰਸ। ਇਹਨਾਂ ਦੋਨਾਂ ਦੇ ਵਿੱਚ ਕੀ ਅੰਤਰ ਹੈਗਾ? ਰਵਾਇਤੀ ਰਾਜਨੀਤੀ ਸ਼ਾਸਤਰ ਦੇ ਵਿੱਚ ਕੀ ਅੰਤਰ ਹੈ ਤੇ ਆਧੁਨਿਕ ਰਾਜਨੀਤੀ ਸ਼ਾਸਤਰ ਦੇ ਵਿੱਚ ਕੀ ਅੰਤਰ ਹੈ, ਦੋਨਾਂ ਦੇ ਵਿੱਚ ਅੰਤਰ ਦੱਸਣਾ। ਠੀਕ ਹੈ, ਅਗਲਾ ਹੈਗਾ ਕੁਐਸਚਨ ਸਮਾਜ ਸ਼ਾਸਤਰ ਤੇ ਮਨੋਵਿਗਿਆਨ ਨਾਲ ਰਾਜਨੀਤੀ ਸ਼ਾਸਤਰ ਦੇ ਸੰਬੰਧ। ਠੀਕ ਹੈ, ਮੈਂ ਤੁਹਾਨੂੰ ਦੱਸੇ ਰਹੀ ਹਾਂ ਵੀ ਜਿਹੜੇ ਬੱਚੇ ਨੇ ਤਾਂ A ਪਾਰਟ ਦੇ ਵਿੱਚੋਂ ਜਿਹੜੇ ਕਿ ਸਿਰਫ ਇੱਕ ਚੈਪਟਰ ਕਰਨਾ ਉਹ ਤਾਂ ਜਾਂ ਤਾਂ ਉਹ ਕਰ ਲੈਣ ਜਿਹੜੇ ਕਿ ਰਾਜਨੀਤੀ ਸ਼ਾਸਤਰ ਦੇ ਮਨੋਵਿਗਿਆਨ ਨਾਲ ਕੀ ਸੰਬੰਧ ਨੇ, ਸਮਾਜ ਸ਼ਾਸਤਰ ਨਾਲ ਕੀ ਸੰਬੰਧ ਨੇ, ਇਤਿਹਾਸ ਨਾਲ ਕੀ ਸੰਬੰਧ ਨੇ, ਅਰਥ ਸ਼ਾਸਤਰ ਨਾਲ ਸੰਬੰਧ ਨੇ। ਜਾਂ ਤਾਂ ਇਹ ਵਾਲਾ ਚੈਪਟਰ ਕਰ ਲਓ ਜਾਂ ਤੁਸੀਂ ਜਿਹੜੇ ਕਿ ਫਸਟ ਚੈਪਟਰ ਕਰ ਲਓ।
फस्ट चैप्टर ਦੇ ਵਿੱਚ ਜਿਹੜਾ मॉडर्न व्यू पॉइंट और ट्रेडिशनल व्यू पॉइंट ਦੇ ਅਕੋਰਡਿੰਗ ਰਾਜਨੀਤਿਕ ਵਿਗਿਆਨ ਦਾ ਸਕੋਪ ਹੈ। ਠੀਕ ਹੈ, ਇਹਨਾਂ ਦੇ ਵਿੱਚ ਕਾ ਡਿਫਰੈਂਸ ਵਾਲਾ ਕੁਐਸਚਨ ਨਹੀਂ। ਜਿਨ੍ਹਾਂ ਬੱਚਿਆਂ ਨੇ ਸਾਰਾ ਹੀ ਕਰ ਲਓ, ਮੇਰੇ ਅਕੋਰਡਿੰਗ ਸਾਰਾ ਹੀ ਪਾਰਟ ਕਰ ਲਓ, ਕਿਉਂਕਿ ਇਹਦੇ ਵਿੱਚ ਤੁਹਾਨੂੰ A ਔਰ B ਦੇ ਵਿੱਚ ਤੁਸੀਂ ਇੱਕ ਕੁਐਸਚਨ ਦਾ ਤੁਸੀਂ ਮਤਲਬ ਕਿ ਜਿਹੜਾ 5th ਕੁਐਸਚਨ ਤੁਸੀਂ A ਪਾਰਟ ਦੇ ਵਿੱਚੋਂ ਹੀ ਕਰ ਲਓ। ਠੀਕ ਹੈ, ਕਿਉਂਕਿ ਚੈਪਟਰ ਵੀ ਇਹਦੇ ਵਿੱਚ ਘੱਟ ਨੇ। ਹਾਂਜੀ, ਇਹਦੇ ਵਿੱਚ ਸੰਬੰਧ ਪੁੱਛੇ ਗਏ ਨੇ। ਅਗਲਾ ਕੁਐਸਚਨ ਹੈਗਾ ਅਰਥ ਸ਼ਾਸਤਰ ਤੇ ਸਮਾਜ ਸ਼ਾਸਤਰ ਨਾਲ ਰਾਜਨੀਤੀ ਵਿਗਿਆਨ ਦੇ ਸੰਬੰਧ। ਠੀਕ ਹੈ, ਡਿਸਕਸ ਰਿਲੇਸ਼ਨਸ਼ਿਪ ਆਫ ਪੋਲੀਟੀਕਲ ਸਾਇੰਸ ਵਿਦ ਸੋਸ਼ੋਲੋਜੀ ਐਂਡ ਪੋਲੀਟੀਕਲ ਸਾਇੰਸ। ਅਗਲਾ ਵੀ ਸੋਸ਼ੋਲੋਜੀ ਪੋਲੀਟੀਕਲ ਸਾਇੰਸ ਨਾਲ ਪੁੱਛਿਆ ਹੋਇਆ, ਪੋਲੀਟੀਕਲ ਸਾਇੰਸ ਦਾ ਪੁੱਛਿਆ ਹੋਇਆ, ਸੋਸ਼ੋਲੋਜੀ ਨਾਲ ਤੇ ਇਕਨੋਮਿਕਸ ਦੇ ਨਾਲ ਸੰਬੰਧ। ਹਾਂਜੀ, ਅੱਗੇ ਹੈਗਾ ਆਧੁਨਿਕ ਪਰਿਪੇਖ। ਆਧੁਨਿਕ ਪਰਿਪੇਖ ਮਤਲਬ ਕਿ ਮਾਡਰਨ ਵਿਊ ਪੁਆਇੰਟ। ਮਾਡਰਨ ਵਿਊ ਪੁਆਇੰਟ ਦੇ ਅਕੋਰਡਿੰਗ ਰਾਜਨੀਤਿਕ ਵਿਗਿਆਨ ਦੀ ਕੀ ਪ੍ਰਕਿਰਤੀ ਹੈ, ਕੀ ਨੇਚਰ ਹੈ, ਕੀ ਨੇਚਰ ਹੈ ਤੇ ਕੀ ਸਕੋਪ ਹੈ। ਨੇਚਰ ਤੇ ਸਕੋਪ, ਸਕੋਪ ਮਤਲਬ ਕਿ ਖੇਤਰ। ਠੀਕ ਹੈ, ਸਕੋਪ ਮਤਲਬ ਕਿ ਖੇਤਰ ਕੀ ਹੈ। ਤੇ ਅਗਲਾ ਹੈਗਾ ਰਾਜਨੀਤਿਕ ਵਿਗਿਆਨ ਦਾ ਅਰਥ ਤੇ ਪ੍ਰਕਿਰਤੀ, ਮਤਲਬ ਕਿ ਇਹਦੇ ਵਿੱਚ ਵੀ ਇਹੀ ਪੁੱਛ ਲਿਆ। ਪ੍ਰਕਿਰਤੀ ਮਤਲਬ ਕਿ ਨੇਚਰ ਕੀ ਹੈ। ਠੀਕ ਹੈ, ਕੀ ਰਾਜਨੀਤਿਕ ਵਿਗਿਆਨ ਦਾ ਕੀ ਨੇਚਰ ਹੈ, ਕੀ ਅਰਥ ਹੈ। ਮਤਲਬ ਕਿ ਉਹੀ ਕੁਐਸਚਨ ਵੈਸੇ ਮੇਨ ਕੀ ਹੈ, ਮਾਡਰਨ ਵਿਊ ਪੁਆਇੰਟ ਦੇ ਅਕੋਰਡਿੰਗ ਨੇਚਰ ਕੀ ਹੈ, ਸਕੋਪ ਕੀ ਹੈ, ਤੇ ਟ੍ਰੈਡੀਸ਼ਨਲ ਦੇ ਅਕੋਰਡਿੰਗ, ਤੇ ਇਹਨਾਂ ਦੇ ਡਿਫਰੈਂਸ ਉਹੀ ਕੁਐਸਚਨ ਘੁਮਾਏ ਹੋਏ ਨੇ। ਰਾਜਨੀਤਿਕ ਵਿਗਿਆਨ ਦੇ ਅਰਥ ਤੇ ਪ੍ਰਕਿਰਤੀ, ਇਹ ਹੋ ਗਿਆ ਆਪਣਾ ਕੁਐਸਚਨ। ਇਤਿਹਾਸ ਤੇ ਰਾਜਨੀਤਿਕ ਵਿਗਿਆਨ ਦੇ ਸੰਬੰਧ, ਹਿਸਟਰੀ ਐਂਡ ਪੋਲੀਟੀਕਲ ਸਾਇੰਸ ਰਿਲੇਸ਼ਨਸ਼ਿਪ। ਹਾਂਜੀ, ਅੱਗੇ ਸੈਕਸ਼ਨ B। ਸੈਕਸ਼ਨ B ਦੇ ਵਿੱਚੋਂ ਜਿਹੜੇ ਕਿ ਆਪਾਂ ਨੇ ਦੱਸਣਾ ਇੰਪੋਰਟੈਂਟ ਕੁਐਸਚਨਸ ਕਰਦੇ ਆਪਾਂ ਸੈਕਸ਼ਨ B ਦੇ। ਹਾਂਜੀ, ਇਹਦੇ ਵਿੱਚ ਇੱਕ ਤਾਂ ਰਾਜ ਦੇ ਜ਼ਰੂਰੀ ਤੱਤਾਂ ਵਾਲਾ ਕੁਐਸਚਨ ਇੰਪੋਰਟੈਂਟ ਹੈ, ਮੋਸਟ ਇੰਪੋਰਟੈਂਟ ਹੈ ਨਾ। ਇੱਕ ਮਤਲਬ ਕਿ ਇਹ ਜਿਹੜੇ ਕਿ ਸੰਬੰਧਾਂ ਵਾਲਾ, ਅੰਤਰ ਵਾਲਾ, ਸਰਕਾਰ ਤੇ ਸਮਾਜ ਦੇ ਵਿਚਕਾਰ ਅੰਤਰ, ਸਰਕਾਰ ਤੇ ਸਮਾਜ ਦੇ ਵਿਚਕਾਰ ਅੰਤਰ ਦੱਸਣਾ। ਗਵਰਨਮੈਂਟ ਐਂਡ ਸੁਸਾਇਟੀ, ਐਕਸਪਲੇਨ ਦਾ ਜਿਹੜੇ ਕਿ ਡਿਫਰੈਂਸ, ਡਿਫਰੈਂਸ਼ੀਏਟ ਕੁਛ ਵੀ ਪਾਇਆ ਜਾ ਸਕਦਾ। ਡਿਸਟ੍ਰੀਬਿਊਟ ਬਿਟਵੀਨ ਗਵਰਨਮੈਂਟ ਐਂਡ ਸੁਸਾਇਟੀ। ਹਾਂਜੀ, ਦੇਖੋ ਜਿਵੇਂ ਸਿਲੇਬਸ ਦੇ ਵਿੱਚ ਹੈਗਾ ਤੁਹਾਡਾ ਸੈਕਸ਼ਨ B, ਸਟੇਟ ਡੈਫੀਨੇਸ਼ਨ, ਸਟੇਟ ਦੀ ਡੈਫੀਨੇਸ਼ਨ ਦੇਣੀ ਆ। ਐਲੀਮੈਂਟਸ, ਸਟੇਟ ਦੇ ਤੱਤ, ਭਾਵ ਕਿ ਰਾਜ ਦੇ ਤੱਤ। ਠੀਕ ਹੈ, ਤੇ ਇਟਸ ਡਿਸਟਿੰਕਟ ਫਰੋਮ ਗਵਰਨਮੈਂਟ ਐਂਡ ਸੁਸਾਇਟੀ। ਮੈਂ ਤੁਹਾਨੂੰ ਤਾਂ ਹੀ ਦੱਸਿਆ ਕਿ ਤੁਸੀਂ ਇਹਦੇ ਵਿੱਚ 2 ਪਾਰਟ ਨੇ। ਦੇਖੋ ਸੈਕਸ਼ਨ B ਦੇ ਵਿੱਚ ਆ 2 ਪਾਰਟ ਨੇ, ਤੁਸੀਂ ਆ ਇੱਕ ਪਾਰਟ ਕੰਪਲੀਟ ਕਰ ਲਓ, ਕਿਉਂਕਿ ਕੁਐਸਚਨ 2 ਆਉਣੇ ਨੇ। ਇੱਕ ਇਹਦੇ 'ਚ ਆਉਣਗੇ, ਇੱਕ ਇਹਦੇ 'ਚ ਆਊਗਾ, ਕਿਉਂਕਿ ਹੈ ਹੀ ਸਿਲੇਬਸ ਦੇ ਵਿੱਚ 2 ਚੈਪਟਰ ਬਣਾ ਰੱਖੇ ਨੇ ਇਹਨਾਂ ਨੇ। ਠੀਕ ਹੈ, ਫਿਰ ਇਹਦੇ ਵਿੱਚ ਤੁਸੀਂ ਇੱਕ ਤਾਂ ਕਰ ਲਓ ਰਾਜ ਦੀ ਪਰਿਭਾਸ਼ਾ ਤੇ ਰਾਜ ਦੇ ਜ਼ਰੂਰੀ ਤੱਤ, ਤੇ ਇੱਕ ਸਰਕਾਰ ਤੇ ਜਿਹੜੇ ਕਿ ਸਮਾਜ ਦੇ ਵਿਚਕਾਰ ਅੰਤਰ, ਸਰਕਾਰ ਤੇ ਸਮਾਜ ਦੇ ਵਿੱਚ, ਗਵਰਨਮੈਂਟ ਤੇ ਸੁਸਾਇਟੀ ਦੇ ਵਿੱਚ ਅੰਤਰ। ਜਿਨ੍ਹਾਂ ਨੇ ਥਿਊਰੀਜ਼ ਕਰਨੀਆਂ ਨੇ ਇਹਦੀ, ਸੋਸ਼ਲ ਕੰਟਰੈਕਟ ਥਿਊਰੀ ਆ, ਹਿਸਟੋਰੀਕਲ ਥਿਊਰੀ ਆ, ਇਵੈਲੂਏਸ਼ਨ ਐਂਡ ਮਾਰਕੀਜ਼ਨ ਥਿਊਰੀ ਨੇ। ਇਹ 4 ਥਿਊਰੀਜ਼ ਨੇ ਇਹਦੇ ਵਿੱਚ। ਵੈਸੇ ਮੈਂ ਸਿਲੇਬਸ ਦੀ ਅਲੱਗ ਵੀਡੀਓ ਬਣਾਉਂਗੀ ਜਿਸ ਦੇ ਵਿੱਚ ਆਪਾਂ ਪਾਸਿੰਗ ਫਾਰਮੂਲੇ ਦੇ ਨਾਲ ਵੀਡੀਓ ਕਰਾਂਗੇ। ਹਾਂਜੀ, ਅਗਲਾ ਪੁੱਛ ਰੱਖਿਆ ਰਾਜ ਦੇ ਸਮਾਜਿਕ ਅਨੁਬੰਧ ਸਿਧਾਂਤਾਂ 'ਤੇ ਚਰਚਾ ਕਰੋ। ਇਹਦੇ ਵਿੱਚ ਸੋਸ਼ਲ ਕੰਟਰੈਕਟ ਥਿਊਰੀ ਆ। ਮੈਂ ਸਟੂਡੈਂਟਸ ਹਰ ਚੈਪਟਰ ਦੇ ਇੰਪੋਰਟੈਂਟ ਕੁਐਸਚਨ ਦੱਸ ਰਹੇ, ਕਿਉਂਕਿ ਕਈ ਵਾਰ ਜਿਹੜਾ ਆਪਾਂ ਕਹਿ ਦਿੰਦੇ ਵੀ ਤੁਸੀਂ ਇਹ ਚੈਪਟਰ ਨਾ ਕਰੋ, ਕਿਆ ਪਤਾ ਉਹ ਬੱਚੇ ਉਹਨਾਂ ਨੂੰ ਉਹ ਚੈਪਟਰ ਪਸੰਦ ਹੋਵੇ ਤਾਂ ਉਹ ਚੈਪਟਰ ਕਰ ਰਹੇ ਹੋਣ। ਜਿਸ ਕਰਕੇ ਮੈਂ ਹਰ ਇੱਕ ਚੈਪਟਰ 'ਚੋਂ ਇੰਪੋਰਟੈਂਟ ਕੁਐਸਚਨ ਦੱਸ ਰਹੀ ਹਾਂ। ਤਾਂ ਡਿਪੈਂਡ ਤੁਹਾਡੇ 'ਤੇ ਕਰਦਾ ਕਿ ਤੁਸੀਂ ਕਿਹੜਾ ਚੈਪਟਰ ਗਿਵ ਅਪ ਕਰਨਾ ਅਤੇ ਕਿਹੜਾ ਤੁਸੀਂ ਕਰਨਾ। ਠੀਕ ਹੈ, ਤੇ ਤਾਂ ਹੀ ਮੈਂ ਇਹਦੇ ਅਕੋਰਡਿੰਗ ਬਣਾਏ ਨੇ ਸੈਕਸ਼ਨ A ਐਂਡ B ਦੇ ਅਕੋਰਡਿੰਗ। ਤੇ ਇਹ ਸਾਰੇ ਜਿਹੜੇ ਕੁਐਸਚਨਸ ਨੇ ਪ੍ਰੀਵੀਅਸ ਐਗਜ਼ਾਮਸ ਦੇ ਵਿੱਚ ਆਏ ਹੋਏ ਨੇ, 2022 ਦੇ ਵਿੱਚ, 21 ਦੇ ਵਿੱਚ। ਠੀਕ ਹੈ, 20 ਦੇ ਵਿੱਚ 18, 17, 16 ਤੱਕ ਆਏ ਹੋਏ ਨੇ। ਥਰਡ ਕੁਐਸਚਨ ਆ ਰਾਜ ਦੀ, ਰਾਜ ਸ਼ਬਦ ਦੀ ਵਿਆਖਿਆ ਕਰਨੀ ਆ, ਭਾਵ ਕਿ ਰਾਜ ਦੀ ਇੱਕ ਡੈਫੀਨੇਸ਼ਨ ਦੇਣੀ ਆ ਸਟੇਟ ਦੀ, ਤੇ ਇਹਦੀਆਂ 2 ਪਰਿਭਾਸ਼ਾਵਾਂ, ਵਿਆਖਿਆ ਕਰਕੇ ਪਰਿਭਾਸ਼ਾ ਦੇਣੀ ਆ ਰਾਜ ਸ਼ਬਦ ਦੀ ਵਿਆਖਿਆ ਦੇ, ਫਿਰ ਇਹਦੇ ਜ਼ਰੂਰੀ ਤੱਤ। ਠੀਕ ਹੈ, ਐਕਸਪਲੇਨ ਦਾ ਟਰਮ ਸਟੇਟ, ਇਟਸ 2 ਡੈਫੀਨੇਸ਼ਨਸ ਐਂਡ ਆਲਸੋ ਡਿਸਕਸ ਦਾ ਨੈਸੈਸਰੀ ਐਲੀਮੈਂਟਸ। ਅਗਲਾ ਹੈਗਾ ਰਾਜ ਦੀ ਉਤਪਤੀ ਦੇ ਸੰਬੰਧ ਦੇ ਵਿੱਚ ਸਮਾਜਿਕ ਅਨੁਬੰਧ, ਮਤਲਬ ਕਿ ਸੋਸ਼ਲ ਕੰਟਰੈਕਟ ਥਿਊਰੀ ਹੈ ਜਿਹੜੀ ਕਿ ਉਹ ਪੁੱਛ ਰੱਖੀ ਆ। 5th ਹੈ ਰਾਜ ਤੇ ਸੁਸਾਇਟੀ ਦੇ 2 ਪਰਿਭਾਸ਼ਾਵਾਂ ਦਿਓ। ਰਾਜ ਤੇ ਸੁਸਾਇਟੀ ਵਿੱਚ ਅੰਤਰ। ਸੁਸਾਇਟੀ ਦੇਖੋ, ਸੁਸਾਇਟੀ ਵਰਡ ਹੈ ਜਿਹੜਾ ਕਿ ਸੁਸਾਇਟੀ ਵਰਡ ਆ ਜਿਹੜੀ ਕਿ ਸਮਾਜ, ਸਮਾਜ ਦਾ ਇੰਗਲਿਸ਼ ਵਰਡ ਆ। ਇਹਨਾਂ ਨੇ ਇੰਗਲਿਸ਼ ਵਰਡ ਨੂੰ ਹੀ ਪੰਜਾਬੀ ਦੇ ਵਿੱਚ ਬਣਾ ਕੇ ਪੁੱਛ ਲਿਆ। ਠੀਕ ਹੈ, ਸੋ ਇੰਗਲਿਸ਼ ਦੇ ਵਿੱਚ ਜ਼ਰੂਰ ਦੇਖ ਲਿਆ ਕਰੋ। ਸਟੇਟ ਐਂਡ ਸੁਸਾਇਟੀ ਦੇ ਵਿੱਚ ਡਿਫਰੈਂਸ, ਮਤਲਬ ਕਿ ਗਵਰਨਮੈਂਟ ਤੇ ਸਟੇਟ ਦੇ ਵਿੱਚ ਡਿਫਰੈਂਸ ਹੈ। ਅਗਲਾ ਹੈਗਾ ਰਾਜ ਦੀ ਸ਼ੁਰੂਆਤ ਸੰਬੰਧੀ ਵਿਕਾਸਵਾਦੀ ਸਿਧਾਂਤ। ਠੀਕ ਹੈ, evaluationary theory regarding the origin of state। 7th ਕੁਐਸਚਨ ਰਾਜ ਦੀ ਉਤਪਤੀ ਦੇ ਵਿਕਾਸਵਾਦੀ ਸਿਧਾਂਤ। ਠੀਕ ਹੈ,
ਰਾਜ ਦੇ ਜ਼ਰੂਰੀ ਤੱਤ, ਰਾਜ ਦੇ ਜ਼ਰੂਰੀ ਜਿਹੜੇ ਕਿ ਤੱਤ ਦੱਸਣੇ ਨੇ। ਅੱਗੇ ਆਪਾਂ ਕਰਾਂਗੇ ਸੈਕਸ਼ਨ ਸੀ ਦੇ ਵਿੱਚੋਂ। ਸੈਕਸ਼ਨ ਸੀ ਦੇ ਵਿੱਚ ਇਹ ਵਾਲੇ ਜਿਹੜੇ ਕਿ ਚੈਪਟਰਸ ਦਿੱਤੇ ਹੋਏ ਨੇ 2, ਇਹਨਾਂ ਦੇ ਵਿੱਚ ਸਭ ਤੋਂ ਸੌਖਾ ਚੈਪਟਰ ਇਹੀ ਹੈ, ਨੇਚਰ ਆਫ ਸਟੇਟ, ਰਾਜ ਦਾ ਜਿਹੜੇ ਕਿ ਸਰੂਪ, ਤੇ ਜਿਹੜੇ ਕਿ ਵੈਲਫੇਅਰ ਸਟੇਟ ਕੀ ਹੈ। ਵੈਲਫੇਅਰ ਸਟੇਟ ਮਤਲਬ ਕਿ ਕਲਿਆਣਕਾਰੀ, ਕਲਿਆਣਕਾਰੀ ਰਾਜ, ਕਲਿਆਣਕਾਰੀ ਰਾਜ ਕੀ ਹੈ, ਠੀਕ ਹੈ। ਕਲਿਆਣਕਾਰੀ ਰਾਜ ਕੀ ਹੈ, ਕਲਿਆਣਕਾਰੀ ਰਾਜ ਦਾ ਅਰਥ ਦੱਸਣਾ, ਇਹਦੀਆਂ ਪਰਿਭਾਸ਼ਾਵਾਂ ਹੋ ਸਕਦੇ ਨੇ, ਤੇ ਇਸ ਤੋਂ ਬਾਅਦ ਇਹਦੇ ਕਾਰਜ। ਐਵੇਂ ਡਿਵੈਲਪਮੈਂਟ ਸਟੇਟ, ਵਿਕਾਸਵਾਦੀ ਜਿਹੜੇ ਕਿ ਰਾਜ ਕੀ ਹੈ, ਇਹਦੀਆਂ ਵਿਸ਼ੇਸ਼ਤਾਵਾਂ ਤੇ ਇਹਦੇ ਕਾਰਜ। ਇਹ ਚੈਪਟਰ ਈਜ਼ੀ ਹੈ। ਵੈਸੇ ਇਹ ਵੀ ਈਜ਼ੀ ਹੈ ਵੀ ਜਿਹੜਾ ਗਾਂਧੀ ਦਾ ਆਦਰਸ਼ ਸਮਾਜ ਸੀ, ਠੀਕ ਹੈ, ਗਾਂਧੀ ਨੇ ਜਿਹੜੀ ਕਲਪਨਾ ਕੀਤੀ ਸੀ ਆਦਰਸ਼ ਸਮਾਜ ਦੀ, ਉਹਦੇ ਵਿਸ਼ੇਸ਼ਤਾਵਾਂ ਵਗੈਰਾ ਲਿਖਣਾ ਉਹ ਵੀ ਈਜ਼ੀ ਹੈ। ਅਗਰ ਤੁਹਾਨੂੰ ਉਹ ਠੀਕ ਲੱਗਦਾ ਤੁਸੀਂ ਉਹ ਵੀ ਕਰ ਸਕਦੇ ਹੋ, ਠੀਕ ਹੈ, ਕਿਉਂਕਿ ਡਿਪੈਂਡ ਕਰਦਾ ਬੱਚੇ ਦੇ ਉਤੇ ਵੀ ਉਹਨੂੰ ਕਿਹੜਾ ਉਹਨੂੰ ਈਜ਼ੀ ਲੱਗਦਾ, ਠੀਕ ਹੈ। ਸੈਕਸ਼ਨ ਸੀ ਦੇ ਵਿੱਚ ਹੈ ਰਾਜ ਦੇ ਗਾਂਧੀਵਾਦੀ ਪਰਿਪੇਖ ਦਾ ਆਲੋਚਨਾਤਮਕ ਤੌਰ 'ਤੇ ਪ੍ਰੀਖਣ, ਠੀਕ ਹੈ। ਗਾਂਧੀਵਾਦ ਦੇ ਜਿਹੜੇ ਕਿ ਆਪਾਂ ਨੇ ਉਹਨੇ ਕੀ ਕਲਪਨਾ ਕੀਤੀ ਸੀ ਸਮਾਜ ਦੇ ਲਈ, ਉਹ ਸਾਰਾ ਆਪਾਂ ਨੇ ਵਰਣਨ ਕਰਨਾ। ਉਹਦੇ ਜਿਵੇਂ ਸੱਤਿਆਗ੍ਰਹਿ ਸਤਿਆਗ੍ਰਹਿ ਸਾਰਾ ਕੁਛ ਆ ਜਾਣਗੇ ਇਹਦੇ ਵਿੱਚ। ਕ੍ਰਿਟੀਕਲੀ ਗਾਂਧੀਅਨ ਪਰਸਪੈਕਟਿਵ ਆਫ ਸਟੇਟ। ਹਾਂਜੀ, ਅੱਗੇ ਅਗਲਾ ਕੁਐਸਚਨ ਹੈਗਾ ਜਿਹੜਾ ਆਪਾਂ ਨੇ ਲਿਖਿਆ ਸੀ ਕਿ ਕਲਿਆਣਕਾਰੀ ਰਾਜ ਕੀ ਹੈ, ਵਿਕਾਸਵਾਦੀ ਰਾਜ ਕੀ ਹੈ, ਹੈ ਨਾ। ਉਹਦਾ ਨੇਚਰ ਤੇ ਆਪਾਂ ਨੇ ਸਿਲੇਬਸ ਦੇ ਵਿੱਚ ਹੈਗਾ ਉਹਦਾ ਨੇਚਰ ਤੇ ਉਹਨਾਂ ਦੇ ਕਾਰਜ ਨੇ। ਹੁਣ ਇਹਨੂੰ ਕੁਐਸਚਨ ਪੁੱਛ ਲਿਆ ਵਿਕਾਸਵਾਦੀ ਰਾਜ ਦੀ ਧਾਰਨਾ ਦਾ ਆਲੋਚਨਾਤਮਕ ਪ੍ਰੀਖਣ ਕਰਨਾ, ਮਤਲਬ ਕਿ ਇਹਦੇ ਵਿੱਚ ਸਾਰਾ ਕੁਛ ਆ ਜਾਊਗਾ। ਵਿਕਾਸਵਾਦੀ ਰਾਜ ਕੀ ਹੈ, ਇਹਦੇ ਪਰਿਭਾਸ਼ਾਵਾਂ ਆ ਕੇ, ਇਹਦੇ ਕਾਰਜ ਆ ਕੇ, ਸਭ ਕੁਛ ਆ ਜਾਊਗਾ। ਕ੍ਰਿਟੀਕਲ ਇਜ਼ ਦਾ ਕਨਸੈਪਟ ਆਫ ਡਿਵੈਲਪਮੈਂਟ ਸਟੇਟ। ਅਗਲਾ ਹੈਗਾ ਦੇਖੋ ਅੱਗੇ ਵੀ ਕੁਐਸਚਨ, ਥਰਡ ਕੁਐਸਚਨ ਹੈ ਜਿਹੜੇ ਕਿ ਇੰਗਲਿਸ਼ ਦੇ ਵਿੱਚ ਹੀ ਪਾਤਾ ਇਹਨਾਂ ਨੇ। ਵੈਲਫੇਅਰ ਸਟੇਟ, ਵੈਲਫੇਅਰ ਸਟੇਟ ਹੈ ਜਿਹੜੇ ਕਿ ਇਹਦਾ ਪੰਜਾਬੀ ਦੇ ਵਿੱਚ ਤਾਂ ਆਪਾਂ ਕਲਿਆਣਕਾਰੀ ਰਾਜ ਲਿਖਦੇ ਹਾਂ, ਤਾਂ ਇਹਨਾਂ ਨੇ ਇੰਗਲਿਸ਼ ਦੇ ਵਿੱਚ ਹੀ ਪਾ ਰੱਖਿਆ, ਠੀਕ ਹੈ। ਸੋ ਇਹ ਵੀ ਧਿਆਨ ਦੇ ਨਾਲ ਐਵੇਂ ਵਰਡ ਦੇਖਣੇ ਹੋਣਗੇ ਤੁਸੀਂ, ਸ਼ਬਦ। ਵੈਲਫੇਅਰ ਸਟੇਟ ਦੀ ਵਿਆਖਿਆ ਕਰਨੀ ਤੇ ਇਹਦੇ ਕਲਿਆਣਕਾਰੀ ਰਾਜ ਦੇ ਕਾਰਜ, ਇਹਦੇ ਕਾਰਜ। ਅੱਗੇ ਤੁਸੀਂ ਇਹ ਨਹੀਂ ਕਨਫਿਊਜ਼ਨ ਹੋ ਵੀ ਇੱਥੇ ਕਲਿਆਣਕਾਰੀ ਰਾਜ ਹੈ ਇੱਥੇ ਵੈਲਫੇਅਰ ਆ, ਉਹ ਇਹਦੇ ਇੰਗਲਿਸ਼ ਦਾ ਵਰਡ ਹੈ ਕਲਿਆਣਕਾਰੀ ਦਾ, ਠੀਕ ਹੈ। ਐਕਸਪਲੇਨ ਦਾ ਟਰਮ ਆਫ ਵੈਲਫੇਅਰ ਸਟੇਟ, ਡਿਸਕਸ ਫੰਕਸ਼ਨ ਆਫ ਵੈਲਫੇਅਰ ਸਟੇਟ। ਫੰਕਸ਼ਨ ਵਾਲਾ ਕੁਐਸਚਨ ਮੋਸਟ ਇੰਪੋਰਟੈਂਟ ਆ, ਫੰਕਸ਼ਨ ਵਾਲਾ ਕੁਐਸਚਨ ਹੈ ਜਿਹੜਾ ਕਿ ਮੋਸਟ ਇੰਪੋਰਟੈਂਟ ਆ। ਅੱਗੇ ਹੈਗਾ ਫੋਰਥ, ਰਾਜ ਦੀ ਪ੍ਰਕਿਰਤੀ ਸੰਬੰਧੀ ਮਾਰਕਸਵਾਦੀ ਸਿਧਾਂਤ, ਠੀਕ ਹੈ। ਇਹਦਾ ਵਿਸਥਾਰ ਨਾਲ ਵਰਣਨ ਕਰੋ, ਜਿਹੜੇ ਬੱਚਿਆਂ ਨੇ ਇਹ ਚੈਪਟਰ ਕਰਨਾ ਉਹਦੇ ਵਿੱਚ ਇਹ ਕੁਐਸਚਨ ਬਣਦਾ। ਡਿਸਕ੍ਰਾਈਬ ਇਨ ਡਿਟੇਲ ਦਾ ਮਾਰਕਸੀਅਨ ਥਿਊਰੀ ਰਿਗਾਰਡਿੰਗ ਦਾ ਨੇਚਰ ਆਫ ਸਟੇਟ। ਅੱਗੇ ਹੈਗਾ ਦੇਖੋ ਕਲਿਆਣਕਾਰੀ ਰਾਜ ਨੂੰ ਭਲਾਈ ਰਾਜ ਵੀ ਲਿਖਿਆ ਜਾ ਸਕਦਾ, ਇੱਥੇ ਵੀ ਕਨਫਿਊਜ਼ ਨਹੀਂ ਹੋਣਾ, ਠੀਕ ਹੈ। ਭਲਾਈ ਰਾਜ ਵੀ ਲਿਖਿਆ ਜਾ ਸਕਦਾ ਕਲਿਆਣਕਾਰੀ ਰਾਜ ਨੂੰ, ਕਲਿਆਣਕਾਰੀ ਭਲਾਈ ਰਾਜ, ਠੀਕ ਹੈ, ਇੱਕੋ ਵਰਡ ਹੈ ਇਹ। ਕਲਿਆਣਕਾਰੀ ਭਲਾਈ ਰਾਜ ਵੈਲਫੇਅਰ, ਠੀਕ ਹੈ, ਇਹ ਸਾਰਿਆਂ ਦਾ ਮਤਲਬ ਇੱਕੋ ਹੈ ਕਿ ਆਪਾਂ ਕਲਿਆਣਕਾਰੀ ਰਾਜ। ਭਲਾਈ ਰਾਜ ਦੇ ਉਭਰਨ ਦੇ 2 ਕਾਰਨ ਦੱਸਣੇ ਨੇ, ਤੇ ਭਲਾਈ ਰਾਜ ਦੇ ਕਾਰਜ। ਦੇਖੋ ਕਾਰਜ ਇੱਥੇ ਮਤਲਬ ਕਿ ਇੱਥੇ ਕੁਐਸਚਨ ਨੂੰ ਘਮਾਤਾ ਭਲਾਈ ਰਾਜ ਕਹਿ ਕੇ, ਠੀਕ ਹੈ ਕੀ ਕੁਐਸਚਨ ਡਿਸਕ੍ਰਾਈਬ ਡਿਟੇਲ ਦਾ ਫੰਕਸ਼ਨ ਆਫ ਵੈਲਫੇਅਰ ਸਟੇਟ। ਵੈਲਫੇਅਰ ਸਟੇਟ ਦਾ ਹੀ ਆਪਾਂ ਨੇ ਫੰਕਸ਼ਨ ਦੱਸਣੀ ਸੀ, ਤੇ ਇੱਥੇ ਇਹਨਾਂ ਨੇ ਵੈਲਫੇਅਰ ਸਟੇਟ ਲਗਾ ਕੇ ਪੁੱਛ ਲਿਆ, ਠੀਕ ਹੈ। ਤੇ ਅਗਲਾ ਹੀ ਕੁਐਸਚਨ ਹੈਗਾ ਦੇਖੋ ਅੱਗੇ ਕੁਐਸਚਨ ਕਿਵੇਂ ਘੁਮਾ ਰੱਖਿਆ, ਅੱਜ ਕੱਲ੍ਹ ਦੇ ਦਿਨਾਂ ਵਿੱਚ ਕਲਿਆਣਕਾਰੀ ਰਾਜ ਨੂੰ ਕਿਹੜੇ ਕਾਰਜ ਕਰਨੇ ਪੈਂਦੇ ਨੇ, ਮਤਲਬ ਕਿ ਉਹੀ ਕਾਰਜ ਪੁੱਛ ਲਏ ਬਸ, ਉਹਦੇ ਅੱਗੇ ਲਗਾਤਾ ਅੱਜ ਕੱਲ੍ਹ ਦੇ ਦਿਨਾਂ ਵਿੱਚ ਕਲਿਆਣਕਾਰੀ ਰਾਜ। ਤੇ ਕਲਿਆਣਕਾਰੀ ਰਾਜ ਦੀ ਪਰਿਭਾਸ਼ਾ ਇਹ ਵੀ ਤੁਸੀਂ ਐਲਾਨ ਕਰ ਲੈਣਾ, ਠੀਕ ਹੈ। ਵਟ ਫੰਕਸ਼ਨਸ ਵੈਲਫੇਅਰ ਸਟੇਟ ਹੈਜ਼ ਅ ਪਰਫਾਰਮ ਇਨ ਦੀਜ਼ ਡੇਜ਼। ਤੇ ਅੱਗੇ ਨੰਬਰ 8 ਵਾਲਾ ਕੁਐਸਚਨ ਹੈਗਾ ਰਾਜ ਬਾਰੇ ਮਾਰਕਸਵਾਦੀ ਦ੍ਰਿਸ਼ਟੀਕੋਣ ਦਾ ਆਲੋਚਨਾਤਮਕ ਮੁਲਾਂਕਣ, ਠੀਕ ਹੈ। ਹੁਣ ਮੈਂ ਤੁਹਾਨੂੰ ਇਨ ਸ਼ਾਰਟ ਦੇ ਵਿੱਚ ਦੱਸ ਦਿੰਦੀ ਹਾਂ ਸੈਕਸ਼ਨ ਸੀ ਦੇ ਵਿੱਚੋਂ ਕੀ ਇੰਪੋਰਟੈਂਟ ਹੈਗਾ। ਕਲਿਆਣਕਾਰੀ ਰਾਜ, ਵੈਲਫੇਅਰ ਰਾਜ, ਠੀਕ ਹੈ, ਉਸ ਨੂੰ ਕਿਹਾ ਗਿਆ, ਉਸ ਨੂੰ ਭਲਾਈ ਰਾਜ ਕਿਹਾ ਗਿਆ। ਉਹਦਾ ਅਰਥ, ਉਹਦੇ ਪਰਿਭਾਸ਼ਾ ਤੇ ਉਹਦਾ ਜਿਹੜੇ ਕਿ ਤੁਸੀਂ ਕਰ ਲਓ ਉਹਦੇ ਕਾਰਜ। ਹਾਂਜੀ, ਅੱਗੇ ਹੈਗਾ ਆਪਣਾ ਸੈਕਸ਼ਨ ਡੀ। ਸੈਕਸ਼ਨ ਡੀ ਦੇ ਵਿੱਚੋਂ ਇੰਪੋਰਟੈਂਟ ਕੁਐਸਚਨ ਸਟੂਡੈਂਟਸ, ਇਹਦੇ ਵਿੱਚ ਮੋਸਟ ਇੰਪੋਰਟੈਂਟ ਕੁਐਸਚਨ ਹੈਗਾ ਜਿਹੜਾ ਕਿ ਤਾਂ ਹੀ ਮੈਂ ਤੁਹਾਨੂੰ ਕਹਿ ਰਹੀ ਹਾਂ ਜਿਹੜੇ ਕਿ ਤੁਸੀਂ ਦੋਨੋਂ ਕੁਐਸਚਨ ਵੀ ਮਤਲਬ ਕਿ ਜਿਹੜਾ 5th ਕੁਐਸਚਨ ਕਰ ਰਹੇ ਤੁਸੀਂ ਏ ਪਾਰਟ ਦੇ ਵਿੱਚੋਂ ਕਰਿਓ, ਏ ਪਾਰਟ ਸਾਰਾ ਕੰਪਲੀਟ ਕਰ ਲਓ। ਤੇ ਡੀ ਪਾਰਟ ਦੇ ਵਿੱਚ ਹੈਗਾ ਪ੍ਰਭੂ ਸੱਤਾ, ਠੀਕ ਹੈ। ਪ੍ਰਭੂ ਸੱਤਾ ਦਾ ਬਹੁਲਵਾਦੀ ਸਿਧਾਂਤ, ਇਹ ਮੋਸਟ ਇੰਪੋਰਟੈਂਟ ਆ, ਬਹੁਲਵਾਦੀ ਸਿਧਾਂਤ। ਤੇ ਬਹੁਲਵਾਦੀ ਸਿਧਾਂਤ ਦੇ ਨਾਲ ਤੁਸੀਂ ਇਕਾਤਮਕ ਸਿਧਾਂਤ ਵੀ ਕਰਨਾ, ਕਿਉਂਕਿ ਫਿਰ ਇਹ ਤੁਹਾਡਾ ਇੱਕ ਚੈਪਟਰ ਕੰਪਲੀਟ ਹੋ ਜਾਊਗਾ, ਚਾਹੇ ਤੁਹਾਨੂੰ ਬਹੁਲਵਾਦੀ ਸਿਧਾਂਤ ਆਵੇ ਚਾਹੇ ਇਕਾਤਮਕ ਸਿਧਾਂਤ ਆਵੇ, ਤੁਹਾਡਾ ਕੁਐਸਚਨ ਪੱਕਾ ਹੋ ਜਾਊਗਾ, ਠੀਕ ਹੈ। ਤੇ ਬਾਕੀ ਇਹਦੇ ਵਿੱਚ ਹੈਗੀਆਂ ਨੇ ਇਹਦੇ ਨਾਲ ਕੁਐਸਚਨ ਪ੍ਰਭੂ ਸੱਤਾ ਬਾਰੇ ਕੁਐਸਚਨ ਹੈ ਅਗਲੇ ਚੈਪਟਰ ਇਹਦੇ ਵਿੱਚ, ਜਿਹੜਾ ਨਾਲ ਇੱਕ ਚੈਪਟਰ ਹੋਰ, ਠੀਕ ਹੈ। ਪ੍ਰਭੂ ਸੱਤਾ, ਇਹਦੇ ਡੈਫੀਨੇਸ਼ਨ, ਇਹਦੇ ਐਟਰੀਬਿਊਟਸ ਤੇ ਇਹਦੇ ਟਾਈਪਸ ਨੇ। ਤੇ ਇੱਕ ਤੁਹਾਡਾ ਹੈਗਾ ਜਿਹੜੇ ਕਿ ਪ੍ਰਭਾਵਿਤ ਕਰਨ ਵਾਲੇ ਤੱਤ, ਮਤਦਾਨ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ।
ਹਾਂਜੀ ਹੁਣ ਆਪਾਂ ਕੁਐਸਚਨ ਦੇਖਦੇ ਹਾਂ। ਪ੍ਰਭੂਸੱਤਾ ਦੀ ਬਹੁਲਤਾਵਾਦੀ ਸਿਧਾਂਤ ਦਾ ਆਲੋਚਨਾਤਮਕ ਤੌਰ ਤੇ ਪ੍ਰੀਖਣ ਮੈਂ ਤੁਹਾਨੂੰ ਦੱਸ ਦਿੱਤਾ ਕਿ ਪ੍ਰਭੂਸੱਤਾ ਦਾ ਬਹੁਲਵਾਦੀ ਸਿਧਾਂਤ ਆ ਜਿਹੜੇ ਕਿ ਇੰਪੋਰਟੈਂਟ ਆ। ਠੀਕ ਹੈ, ਅਗਲਾ ਹੈਗਾ ਰਾਜਨੀਤਿਕ ਨੁਮਾਇੰਦਗੀ ਦੇ ਵੱਖ-ਵੱਖ ਕਿਸਮਾਂ ਦੀ ਚਰਚਾ। ਰਾਜਨੀਤਿਕ ਨੁਮਾਇੰਦਗੀ ਦੀਆਂ ਵੱਖ-ਵੱਖ ਕਿਸਮਾਂ ਦੱਸਣੀਆਂ। ਠੀਕ ਹੈ, ਰਾਜਨੀਤਿਕ ਨੁਮਾਇੰਦਗੀ ਤੁਸੀਂ ਕਿਵੇਂ ਕਰਨੀ, ਉਹਦੇ ਅਲੱਗ-ਅਲੱਗ ਕਿਸਮਾਂ ਕਿਹੜੀਆਂ ਨੇ। ਡਿਸਕਸ ਡਿਫਰੈਂਟ ਟਾਈਪਸ ਆਫ ਪੋਲੀਟੀਕਲ ਰਿਪਰੈਜ਼ੈਂਟੇਸ਼ਨ। ਅਗਲਾ ਹੈਗਾ ਰਾਜਨੀਤਿਕ ਭਾਗੀਦਾਰੀ ਸ਼ਬਦ ਦੀ ਵਿਆਖਿਆ ਕਰਨੀ ਹੈ ਤੇ ਰਾਜਨੀਤਿਕ ਭਾਗੀਦਾਰੀ ਦੇ ਨਿਰਧਾਰਿਤ ਇੱਕ ਤੱਤ। ਦੇਖੋ ਇਸੇ ਕੁਐਸਚਨ ਨੂੰ ਵੀ ਘੁਮਾਇਆ ਵਾ ਹੋਊਗਾ ਬਹੁਤ ਵਾਰ ਕਿ ਇਹ ਕੀ ਆ ਵੀ ਜਿਹੜਾ ਮਤਦਾਨ ਆ ਉਹਨੂੰ ਪ੍ਰਭਾਵਿਤ ਕਰਨ ਵਾਲੇ ਜਿਹੜੇ ਕਿ ਤੱਤ ਕਿਹੜੇ ਕਿਹੜੇ ਨੇ। ਠੀਕ ਹੈ, ਰਾਜਨੀਤਿਕ ਭਾਗੀਦਾਰੀ ਨੂੰ ਆਪਾਂ ਪੋਲੀਟੀਕਲ ਸਾਇੰਸ 'ਚ ਕਿੰਨਾ ਕੁ ਆਪਾਂ ਜਿਹੜੇ ਕਿ ਪਾਰਟੀਸਪੇਸ਼ਨ ਆਪਣੀ ਹੈ ਜਾਂ ਨਹੀਂ ਹੈ, ਉਹਨੂੰ ਕਿਹੜੇ ਕਿਹੜੇ ਤੱਤ ਜਿਹੜੇ ਕਿ ਨਿਰਧਾਰਿਤ ਜਿਹੜੇ ਚੀਜ਼ਾਂ ਨੇ ਕਿਹੜੇ ਕਿਹੜੇ ਆਪਾਂ ਨੂੰ ਪ੍ਰਭਾਵਿਤ ਕਰਦੀਆਂ ਨੇ। ਠੀਕ ਹੈ, ਉਹ ਵਾਰ ਦੱਸਣਾ। Explain the term political participation. Discuss the determinants of political participation. ਅੱਗੇ ਹੈਗਾ ਸੰਪ੍ਰਭੂਸੱਤਾ। ਸੰਪ੍ਰਭੂਸੱਤਾ ਤੁਸੀਂ ਇਹ ਨਹੀਂ ਦੇਖਣਾ ਕਿ ਕੀ ਪੁੱਛ ਰੱਖਿਆ ਇਹਦੇ ਵਿੱਚ, ਬਸ ਤੁਸੀਂ ਇਹ ਦੇਖਣਾ ਕਿ ਬਹੁਲਤਾਵਾਦੀ ਸਿਧਾਂਤ ਪੁੱਛਿਆ ਹੋਇਆ। ਠੀਕ ਹੈ, ਬਹੁਲਤਾਵਾਦੀ ਤੇ ਕਿਹੜੇ ਕਿਹੜੇ 4 ਵਿਅਕਤੀ ਜਿਹੜੇ ਕਿ ਇਹਦੇ ਵਿੱਚ ਪ੍ਰਮੁੱਖ ਸੀ ਉਹ ਦੱਸਣੇ ਨੇ। ਫਿਰ ਤੁਸੀਂ ਇਹ ਸਿਧਾਂਤ ਬਾਰੇ ਜਿਹੜੇ ਕਿ ਵੇਰਵਾ ਦੇਣਾ ਤੇ ਇਹ ਪ੍ਰਭੂਸੱਤਾ ਦੇ ਮੋਨਿਸਟਿਕ ਸਿਧਾਂਤ ਤੋਂ ਕਿਵੇਂ ਵੱਖਰਾ ਹੈ, ਪ੍ਰਭੂਸੱਤਾ ਦੇ ਬਹੁਲਵਾਦੀ ਸਿਧਾਂਤ ਦੀਆਂ ਮੁੱਢਲੇ ਵਿਸ਼ੇਸ਼ਤਾਵਾਂ। ਤੁਸੀਂ ਆਨਸਰ ਇਹਦੇ ਵਿੱਚੋਂ ਐਡੇ ਵੱਡੇ ਕੁਐਸਚਨ ਚੋਂ ਕੀ ਕਨਕਲੂਜਨ ਨਿਕਲ ਰਿਹਾ ਜਿਹੜਾ ਤੁਸੀਂ ਲਿਖਣਾ, ਬਹੁਲਤਾਵਾਦੀ ਸਿਧਾਂਤ ਕੀ ਹੈ, ਇਸ ਦੇ ਵਿੱਚ ਜਿਹੜੇ 4 ਜਿਹੜੇ ਪ੍ਰਮੁੱਖ ਜਿਹੜੇ ਹੈਗੇ ਨੇ ਉਹਨਾਂ ਦਾ ਨਾਮ ਲਿਖਣੇ ਨੇ। ਫਿਰ ਤੁਸੀਂ ਇਹਦੇ ਵਿਸ਼ੇਸ਼ਤਾਵਾਂ ਦੇਣੀਆਂ ਨੇ। ਅੱਗੇ ਹੈ ਹਾਂਜੀ ਰਾਜਨੀਤਿਕ ਜਿਹੜੇ ਕਿ ਸਹਿਭਾਗਤਾ ਨੂੰ ਹੀ ਕੁਐਸਚਨ ਨੂੰ ਐਵੇਂ ਘੁਮਾ ਰੱਖਿਆ ਕਿ ਵੋਟ ਪਾਉਣ ਦੇ ਵਤੀਰੇ ਦੀ ਵਿਆਖਿਆ ਕਰਨੀ ਹੈ ਤੇ ਭਾਰਤ ਵਰਗੇ ਦੇਸ਼ ਦੇ ਵਿੱਚ ਵੋਟਰਾਂ ਦੇ ਵਿਵਹਾਰ ਨੂੰ ਪ੍ਰਭਾਵਿਤ ਕਰਨ ਵਾਲੇ ਤੱਤ, ਵੋਟਰਾਂ ਦੇ ਵਿਵਹਾਰ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ। ਠੀਕ ਹੈ, ਤੇ ਇਹੀ ਕੁਐਸਚਨ ਇੱਥੇ ਕੀ ਸੀ, ਰਾਜਨੀਤਿਕ ਭਾਗੀਦਾਰੀ ਦੇ ਨਿਰਧਾਰਿਤ ਤੱਤ, ਮਤਲਬ ਕਿ ਇੱਕੋ ਮੀਨਿੰਗ ਬਣ ਰਿਹਾ ਇਹਦਾ। ਠੀਕ ਹੈ, ਤੇ ਅੱਗੇ ਹੈ ਵੋਟਿੰਗ ਵਿਵਹਾਰ ਦੇ ਮੁੱਖ ਨਿਰਧਾਰਿਤ ਤੱਤ। ਵੋਟਿੰਗ ਮਤਲਬ ਕਿ ਆਪਾਂ ਵੋਟਿੰਗ ਉਸੇ ਕੁਐਸਚਨ ਨੂੰ ਰਾਜਨੀਤਿਕ ਸਹਿਭਾਗਤਾ ਹੀ ਭਾਗੀਦਾਰੀ ਨੂੰ ਹੀ ਕੁਐਸਚਨ ਨੂੰ ਘੁਮਾ ਰੱਖਿਆ ਕਿਹੜੇ ਨਿਰਧਾਰਿਤ ਤੱਤ ਕਿਹੜੇ ਕਿਹੜੇ ਨੇ ਵੋਟਿੰਗ ਵਿਵਹਾਰ ਦੇ ਨਿਰਧਾਰਿਤ ਤੱਤ। ਤੇ ਅਗਲਾ ਹੀ ਮਤਦਾਤਾਂ ਦੇ ਮਤਦਾਨ ਵਿਵਹਾਰ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ। ਠੀਕ ਆ, ਉਸੇ ਕੁਐਸਚਨ ਨੂੰ ਕਾਰਕਾਂ ਨੂੰ ਹੀ 3-4 ਕੁਐਸਚਨਾਂ 'ਚ ਘੁਮਾ ਰੱਖਿਆ, ਸੋ ਕਨਫਿਊਜ਼ ਨਹੀਂ ਹੋਣਾ। ਡਿਸਕਸ ਦਾ ਮੇਨ ਡਿਟਰਮਿਨੈਂਟਸ ਆਫ ਵੋਟਿੰਗ ਬਿਹੇਵੀਅਰ। ਠੀਕ ਹੈ, ਅੱਗੇ ਹੈਗਾ ਐਕਸਪਲੇਨ ਦਾ ਫੈਕਟਰ ਡੈਟ ਇਨਫਲੂਐਂਸ ਵੋਟਿੰਗ ਬਿਹੇਵੀਅਰ। ਫੈਕਟਰ ਤੇ ਨਿਰਧਾਰਤਕ। ਠੀਕ ਹੈ, ਇੱਕੋ ਗੱਲ ਹੋ ਗਈ। ਅੱਗੇ ਬਹੁਲਤਾਵਾਦੀ ਸਿਧਾਂਤ, ਮਤਲਬ ਕਿ ਸੈਕਸ਼ਨ ਡੀ ਦੇ ਵਿੱਚ ਇਹੀ 2 ਕੁਐਸਚਨ ਇੰਪੋਰਟੈਂਟ ਬਣ ਰਹੇ, ਬਹੁਲਵਾਦੀ ਸਿਧਾਂਤ ਤੇ ਇੱਕ ਉਹਦੇ ਜਿਹੜੇ ਕਿ ਕਾਰਕ ਕਿਹੜੇ ਕਿਹੜੇ ਪ੍ਰਭਾਵਿਤ ਕਰਨ ਵਾਲੇ ਨੇ। ਤੇ ਇੱਕ ਤੁਸੀਂ ਇਕਾਤਮਕ ਸਿਧਾਂਤ, ਉਹਨੂੰ ਵੀ ਜ਼ਰੂਰ ਰੀਡ ਕਰ ਲੈਣਾ। ਅੱਗੇ ਫਿਰ ਤੋਂ ਦੇਖੋ ਕੁਐਸਚਨ ਇਹ ਵੀ ਤੁਹਾਨੂੰ ਤਾਂ ਹੀ ਕਹਿ ਰਹੇ ਕਿ ਇਕਾਤਮਕ ਸਿਧਾਂਤ ਵੀ ਜ਼ਰੂਰ ਇੱਕ ਵਾਰ ਰੀਡ ਕਰ ਲੈਣਾ। ਇਹ ਵੀ ਪਹਿਲਾਂ ਪ੍ਰੀਵੀਅਸ ਐਗਜ਼ਾਮ ਦੇ ਵਿੱਚ ਇੱਕ ਵਾਰ ਪੁੱਛਿਆ ਹੋਇਆ। ਠੀਕ ਹੈ, ਇੱਕ ਬਹੁਲਤਾਵਾਦੀ ਸਿਧਾਂਤ, ਇਕਾਤਮਕ, ਇਹ ਤੁਹਾਡਾ ਚੈਪਟਰ ਹੋ ਜਾਊਗਾ ਕੰਪਲੀਟ। ਫਿਰ ਤੁਸੀਂ ਅਗਰ ਇਸ ਸੈਕਸ਼ਨ ਦੇ ਵਿੱਚ ਹੋਰ ਕੁਐਸਚਨ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹ ਵਾਲਾ ਕਰ ਲਓ ਕਿ ਉਹਨੂੰ ਤੱਤ ਕਿਹੜੇ ਕਿਹੜੇ ਪ੍ਰਭਾਵਿਤ ਕਰ ਰਹੇ ਨੇ, ਹੈ ਨਾ। ਤੇ ਜਾਂ ਫਿਰ ਤੁਸੀਂ ਜਿਹੜਾ ਕਿ ਜੇ ਨਿਰਧਾਰਿਤ ਤੱਤ ਵਾਲਾ ਕਰਨਾ ਤਾਂ ਫਿਰ ਨਾਲ ਦੀ ਨਾਲ ਉਹ ਕੁਐਸਚਨ ਵੀ ਜ਼ਰੂਰ ਕਰਨਾ ਬਹੁਲਤਾਵਾਦੀ ਸਿਧਾਂਤ। ਤੇ ਭਾਰਤ ਦੇ ਵਿੱਚ ਚੋਣ ਪ੍ਰਣਾਲੀ ਦੀਆਂ ਕਮਜ਼ੋਰੀਆਂ ਕਿਹੜੇ ਕਿਹੜੇ ਨੇ ਇਹ ਡਿਸਕਸ ਕਰਨਾ, ਇਹ ਕੁਐਸਚਨ ਨੂੰ ਰੀਡ ਕਰ ਲੈਣਾ। ਜਿਹੜੇ ਕੁਐਸਚਨ ਹੈਗੇ ਨੇ ਸਟੂਡੈਂਟਸ ਇਹ ਸਾਰੇ ਪ੍ਰੀਵੀਅਸ ਐਗਜ਼ਾਮਸ ਦੇ ਵਿੱਚ ਆਏ ਹੋਏ ਨੇ। ਭਾਰਤ ਵਿੱਚ ਚੋਣ ਪ੍ਰਣਾਲੀ ਦੀਆਂ ਕਮਜ਼ੋਰੀਆਂ ਦੀ ਚਰਚਾ ਕਰਨੀ। ਠੀਕ ਹੈ, ਵੀਕਨੈਸ ਆਫ ਇਲੈਕਟੋਰਲ ਸਿਸਟਮ ਇਨ ਇੰਡੀਆ। ਇਹ ਜ਼ਰੂਰ ਇੱਕ ਵਾਰ ਇਕਾਤਮਕ ਤੇ ਬਹੁਲਤਾਵਾਦੀ ਦੋਨੇ ਸਿਧਾਂਤ ਕਰ ਲੈਣੇ ਨੇ। ਥੈਂਕਸ।